ਅੱਜ ਵੀ ਬ੍ਰਾਹਮਣ 1 ਸਾਲ ਪਹਿਲੇ ਦੱਸ ਦਿੰਦੇ ਨੇ ਸੂਰਜ ਨੂੰ ਗ੍ਰਹਿਣ ਲੱਗੇਗਾ, ਫਲਾਣੇ ਸਮੇਂ ਤੇ ਲੱਗੇਗਾ ਔਰ ਫਲਾਣੇ ਇਲਾਕੇ 'ਚ ਦਿਖਾਈ ਦੇ। ਅੱਜ ਵੀ ਦੱਸ ਦਿੰਦੇ ਨੇ ਚੰਦਰਮਾ ਨੂੰ ਗ੍ਰਹਿਣ ਲੱਗੇਗਾ, ਫਲਾਣੇ ਸਮੇਂ ਲੱਗੇਗਾ, ਫਲਾਣੇ ਦਿਨ ਲੱਗੇਗਾ, ਫਲਾਣੇ ਫਲਾਣੇ ਇਲਾਕੇ 'ਚ ਦਿਖਾਈ ਦੇਗਾ। ਇਹ ਖਗੋਲ ਵਿਦਿਆ ਹੈ, ਇੱਕ ਗਣਿਤ ਵਿਦਿਆ ਹੈ। ਕਹਿੰਦੇ ਨੇ ਇਸ ਵਿਦਿਆ ਦਾ ਜਨਮਦਾਤਾ ਬਿਰਗੂ ਹੈ, ਮੂਲ ਰੂਪ ਦੇ ਜਨਮਦਾਤਾ ਬ੍ਰਹਮਾ ਹੈ। ਲੇਕਿਨ ਇਸ ਨੂੰ ਪ੍ਰਚਾਰਿਆ, ਫੈਲਾਇਆ ਬਿਰਗੂ ਨੇ। ਬਿਰਗੂ ਸਹੰਤਾ ਉਹਦਾ ਆਪਣਾ ਇੱਕ ਲਿਖਿਆ ਹੋਇਆ ਬਹੁਤ ਵੱਡਾ ਗ੍ਰੰਥ ਹੈ। ਉਹ ਫਿਰ ਐਸਾ ਕਹਿੰਦਾ ਹੈ, ਜਿਹੜਾ ਮਨੁੱਖ ਨਿਰਲੇਪ ਹੁੰਦਾ ਹੈ, ਪਰਿਵਾਰ ਦੇ ਵਿੱਚ ਡੁੱਬਦਾ ਨਹੀਂ, ਪਦਾਰਥਾਂ ਦੇ ਵਿੱਚ ਡੁੱਬਦਾ ਨਹੀਂ, ਸੰਸਾਰ ਦੇ ਵਿੱਚ ਡੁੱਬਦਾ ਨਹੀਂ, ਪ੍ਰਭਤਾ ਦੇ ਵਿੱਚ ਡੁੱਬਦਾ ਨਹੀਂ, ਪਰਮਾਤਮਾ ਉਹਦੇ ਹੱਥ ਜਾਂ ਪੈਰਾਂ 'ਚ ਪਦਮ ਬਣਾ ਦਿੰਦਾ ਹੈ। ਭਾਵ ਉਹਦੀਆਂ ਰੇਖਾ ਕਮਲ ਸਮਾਨ ਹੋ ਜਾਂਦੀਆਂ, ਹੱਥ ਦੇ 'ਚ ਜਾਂ ਪੈਰਾਂ 'ਚ। ਇਸ ਦੇ ਕੁਝ ਗੁਰਬਾਣੀ ਦੇ 'ਚ ਔਰ अन्य ਧਰਮ ਗ੍ਰੰਥਾਂ 'ਚ ਇਤਿਹਾਸਕ ਸਬੂਤ ਮਿਲਦੇ ਹਨ। ਜੈਸੇ ਭਾਈ ਗੁਰਦਾਸ ਕਹਿੰਦੇ ਨੇ, ਜਾਏ ਸੁਤਾ ਪ੍ਰਭਾਸ ਵਿੱਚ, ਗੋਡੇ ਉੱਪਰ ਪੈਰ ਪਸਾਰੇ, ਪ੍ਰਭਾਸ ਐ ਸੋਮਨਾਥ ਮੰਦਰ ਹੈ ਜਿੱਥੇ ਸਮੁੰਦਰ ਦੇ ਕੰਢੇ, ਇਹ ਸਾਰਾ ਇਲਾਕਾ ਪ੍ਰਭਾਸ ਕਹਿਲਾਉਂਦਾ ਹੈ, ਤੀਰਥ ਹੈ। ਔਰ ਬੜਾ ਰਮਣੀਕ ਉੱਥੇ ਸਮੁੰਦਰ ਦਾ ਨਜ਼ਾਰਾ ਹੈ। ਗੁਜਰਾਤ ਦੇ ਇਲਾਕੇ ਦੇ ਹੀ ਰਾਜੇ ਸਨ ਸ੍ਰੀ ਕ੍ਰਿਸ਼ਨ, ਕਾਠੀਆਵਾੜ ਦਵਾਰਕਾ ਦੇ ਰਾਜਾ ਸਨ। ਭਾਵੇਂ ਜਨਮ ਮਥੁਰਾ ਦੇ 'ਚ ਹੋਇਆ, ਪੜ੍ਹੇ ਉਜੈਨ ਦੇ 'ਚ, ਰਾਜੇ ਤੇ ਕਾਠੀਆਵਾੜ ਦੇ ਜਾ ਕੇ ਬਣੇ। ਕਿਉਂ? ਇੱਥੋਂ ਜਰਾਸਿੰਧ ਨੇ ਭਜਾ ਦਿੱਤਾ ਸੀ। ਕੰਸ ਦਾ ਸਹੁਰਾ ਬਹੁਤ ਲੰਬੀ ਚੌੜੀ ਸੈਨਾ ਲੈ ਕੇ ਆ ਗਿਆ ਕੰਸ ਦਾ ਬਦਲਾ ਲੈਣ ਵਾਸਤੇ ਸ੍ਰੀ ਕ੍ਰਿਸ਼ਨ ਕੋਲ। ਮਥੁਰਾ ਤਜ ਕਾਨ ਬਨੇ ਅਪਤਾ ਮੁਚਕੰਦ ਹਰੀ ਤਿਨ ਕੇ ਗਿਰਵਾ। ਅਪਦਾ ਬਣ ਗਈ, ਇਤਨਾ ਵੱਡਾ ਲਾਓ ਲਸ਼ਕਰ ਲੈ ਕੇ ਜਰਾਸਿੰਧ ਆ ਗਏ, ਕੀ ਕਰੀਏ? तो कृष्ण जी ने फैसला किया मथुरा छोड़ दे, चले जाए। अज साडे कोल इतनी सेना है नहीं जितनी जरासिंध कोल है, इतने लाओ लश्कर साडे कोल है नहीं, चले गए। इतनी दूर चले गए, द्वारका, काठियावाड़, गुजरात। फिर अपनी सियाणप, अपनी प्रालब्ध, अपने ज्ञान, अपनी प्रभु भक्ति का सदका उत्थे भी राजा बन गए, राजघराने देते सन। समुंदर दे कंडे प्रभास नाम दे तीरथ थे। भाव प्रभास नाम दे उस वक्त दे जंगल दे तीरथ उन्हां करके बने। भाई गुरदास कहंदे ने, जाए सुता प्रभास विच, गोडे ऊपर पैर पसारे, चरण कमल विच पदम है, झिलमिल झमके वांगू तारे। चरना विच पदम है। संध्या हो गई सी, गोडे ते ऊपर पैर रख के, पैर दिते पैर रख के लेटे सन दरखत दे थले। बद्धक आया भालदा, मिर्गे जान बाण ले। भाई गुरदास शिकारी शिकार लभ रहा सी, उन्होंने हल्के जिहा अंधेरे विच श्री कृष्ण दे चरनां दा पदम इंज लगया जिवें हिरन दी अख है। उन्हें निशाना कसिया, तीर निशाने ते लगया, उसे नाल ही श्री कृष्ण जी दा अंत होया। पर कहण तो मेरी मुराद है चरना च पदम सी। दूसरा इतिहासक साका, गंगा दी गल, सर्दी दे दिन सन, धुप दे
ਧੰਨ ਗੁਰੂ ਬਾਬਾ ਅਮਰਦਾਸ ਜੀ ਬੈਠੇ ਨੇ ਚਰਨਾਂ ਨੂੰ ਪਸਾਰ ਕੇ, ਰੇਤ ਦੇ ਚ ਧੁੱਪ ਦੇ ਚ ਚਰਨਾਂ ਨੂੰ ਪਸਾਰ ਕੇ ਬੈਠੇ। ਹਰਿਦੁਆਰ ਦਾ ਜੋ ਮੁਖੀ ਪੁਰੋਹਿਤ ਹੈ, ਮੁਖੀ ਪਾਂਡਾ, ਜੋ ਖਗੋਲ ਸ਼ਾਸਤਰੀ ਸੀ, ਗਣਿਤ ਵਿਦਿਆ ਜਾਣਦਾ ਸੀ, ਉਹਨੂੰ ਸਮਝ ਸੀ। ਔਰ ਦੂਸਰਾ, ਇਸ ਖਗੋਲ ਦਾ ਔਰ ਮਨੁੱਖ ਦੀ ਪ੍ਰਾਲਬਧ ਦਾ ਸਰੀਰ ਦੀ ਬਣਾਵਟ ਦੇ ਵਿੱਚ ਕਿਤਨਾ ਹੱਥ ਹੈ। ਐਸਾ ਭਿਰਗੂ ਕਹਿੰਦਾ ਹੈ ਕਿ ਸਰੀਰ ਦਾ ਇੱਕ ਇੱਕ ਚਿੰਨ ਅੰਗ ਪ੍ਰਾਲਬਧ ਅਨੁਸਾਰ ਬਣਦਾ ਹੈ। ਮਾਂ ਬਾਪ ਦੇ ਸੰਜੋਗ ਪ੍ਰਾਲਬਧ ਅਨੁਸਾਰ ਬਣਦੇ ਨੇ। ਪੂਰਵ ਜਨਮ ਕੇ ਮਿਲੇ ਸੰਜੋਗ, ਇਸ ਤਰ੍ਹਾਂ ਦਾ ਸੰਜੋਗ ਜੁੜਦਾ। ਫਿਰ ਪੂਰਬਲਾ ਕੀਤਾ ਹੋਇਆ ਜਪ ਤੇ ਤਪ ਹੱਥ ਤੇ ਪੈਰ ਦੇ ਪਦਮ ਬਣਾ ਦਿੰਦਾ। ਉਸ ਮੁਖੀ ਬ੍ਰਾਹਮਣ ਨੇ ਡੰਡੌਤ ਕਰ ਦਿੱਤੀ ਧੰਨ ਗੁਰੂ ਅਮਰਦਾਸ ਜੀ। ਸਤਿਗੁਰ ਕਹਿਣ ਲੱਗੇ, ਤੂੰ ਬ੍ਰਾਹਮਣ ਹੈ, ਮੈਂ ਯਾਤਰੀ ਹਾਂ। ਤੂੰ ਮੁਖੀ ਪੁਰੋਹਿਤ ਹੈ, ਮੈਂ ਤੇ ਯਾਤਰੀ ਹਾਂ। ਤੂੰ ਮੈਨੂੰ ਕਿਉਂ ਮੱਥਾ ਟੇਕੇ? ਉਹ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੁਹਾਨੂੰ ਮੱਥਾ ਨਹੀਂ ਟੇਕਿਆ, ਤੁਹਾਡੇ ਚਰਨਾਂ ਵਿੱਚ ਪਦਮ ਹੈ, ਉਹਨੂੰ ਮੱਥਾ ਟੇਕ। ਤੁਹਾਡੇ ਚਰਨਾਂ ਵਿੱਚ ਪਦਮ ਹੈ। ਇਹ ਸਾਰੀ ਕਥਾ ਹੈ ਇਤਿਹਾਸਕ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਵੀ ਪਦਮ ਸੀ। ਖੈਰ, ਇਸ ਗੱਲ ਨੂੰ ਮੈਂ ਹੁਣ ਲਮਕਾਵਾਂਗਾ, ਕਿਉਂਕਿ ਹਸਤ ਰੇਖਾ ਇਹਦੇ ਉੱਤੇ ਗੁਰੂ ਨਾਨਕ ਨੇ ਬਹੁਤ ਜ਼ੋਰ ਨਹੀਂ ਦਿੱਤਾ ਤੇ ਸਾਨੂੰ ਇਸ ਨਾਲ ਨਹੀਂ ਜੋੜਿਆ। ਕਿਉਂ? ਜੈਸੇ ਜੈਸੇ ਅਸੀਂ ਕਰਮ ਕਰਦੇ ਹਾਂ, ਇਹ ਰੇਖਾ ਬਦਲਦੀਆਂ ਨੇ, ਬਦਲਦੀਆਂ। ਕਰਮ ਮਾੜੇ ਕਰਦੇ ਗਏ, ਰੇਖਾ ਕੁਝ ਹੋਰ ਬਣ ਜਾਣਗੀਆਂ। ਕਰਮ ਠੀਕ ਕਰਦੇ ਗਏ, ਰੇਖਾ ਕੁਝ ਹੋਰ ਬਣ ਜਾਣਗੀਆਂ। ਤੋ ਰੇਖਾ ਜਦ ਕਰਮ ਦੇ ਵਸ ਵਿੱਚ ਹੈ, ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਵੋ, ਰੇਖਾ ਨੂੰ ਛੱਡੋ, ਇਹ ਜੋਤਿਸ਼ ਨੂੰ ਛੱਡੋ, ਕਿਉਂਕਿ ਜੋਤਿਸ਼ ਵੀ ਕਰਮ ਦੇ ਅਧੀਨ ਹੈ। ਲੇਕਿਨ ਜਿਸਨੇ ਪ੍ਰਭੂ ਦਾ ਨਾਮ ਜਪਿਆ, ਕਣ ਕਣ ਦੇ ਚ ਵਸ ਗਿਆ, ਪ੍ਰਕਿਰਤੀ ਕੁਝ ਪਹਿਚਾਣ ਕਰਾ ਦਿੰਦੀ ਹੈ, ਉਹਦੇ ਹੱਥ ਜਾਂ ਚਰਨਾਂ ਵਿੱਚ ਪਦਮ ਬਣ ਜਾਂਦਾ। ਐਸਾ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਸੀ, ਐਸਾ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਸੀ, ਐਸਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਸੀ। ਹੁਣ ਮੈਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਦਾ ਇੱਕ ਵਾਕ ਸੁਣਾਵਾਂ। ਹੁਨੇ ਛੰਦ ਮਹੱਲਾ ਪੰਜਵਾਂ। ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ। ਮੇਰੇ ਹੱਥ ਦੇ ਚ ਪਦਮ ਹੈ। ਇਹ ਤੇਰੇ ਦੀ ਗੱਲ ਨਹੀਂ, ਮੇਰੇ ਦੀ ਗੱਲ, ਮੇਰੇ ਆਪਣੀ ਗੱਲ ਪੈ। ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ। ਸਖੀ ਮੇਰੋ ਕੰਠ ਰਤਨ ਭੇਖ ਦੁਖ ਨਾਸਨਾ। ਜਿਸ ਦਿਨ ਦਾ ਕੰਠ ਦੇ ਚ ਪ੍ਰਭੂ ਦਾ ਨਾਮ ਵਸਿਆ, ਹਿਰਦੇ ਰੂਪੀ ਅੰਗਣ ਵਿੱਚ ਰੱਬ ਦੇ ਗੁਣ ਵਸੇ ਨੇ, ਹੱਥ ਦੇ ਚ ਪਦਮ ਬਣ ਗਏ। ਮੇਰੇ ਹਾਥ ਪਦਮ, ਮੇਰੇ ਹੱਥ ਦੇ ਚ ਪਦਮ ਬਣ ਗਏ। ਇਹ ਜਿਸ ਪਦਮ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਮੈਂ ਖੁਲਾਸਾ ਕਰਾਂ, ਪਰ ਇਸ ਤੋਂ ਪਹਿਲੇ ਇੱਕ ਭੱਟਾਂ ਦਾ ਸਵਈਆ ਵੀ ਆਪ ਨੂੰ ਸਰਵਨ ਕਰਾਂ। ਇਤਿਹਾਸ ਕਹਿੰਦਾ ਹੈ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਹਿਣੇ ਚਰਨ ਦੇ ਸੀ, ਸੱਜੇ ਪੈਰ ਦੇ ਸੀ ਪਦਮ। ਇਤਿਹਾਸ ਤੇ ਇਹ ਕਹਿੰਦਾ ਹੈ। ਹੁਣ ਜੋ ਕੁਝ ਭੱਟ ਕਹਿੰਦੇ ਨੇ ਇਹ ਸੁਣੋ, ਭੱਟਾਂ ਦੀ ਬਾਣੀ। ਭੱਟ ਕਹਿੰਦੇ ਨੇ ਬਾਰਜ ਕਰ ਦਾਹਣੇ। ਹੁਣ ਮੈਂ ਅਰਜ਼ ਕਰਾਂ,
ਕਮਲ ਨੂੰ, ਪਦਮ ਨੂੰ ਬਾਰਜ ਵੀ ਕਹਿੰਦੇ ਨੇ, ਸੌਰਭ ਵੀ ਕਹਿੰਦੇ ਨੇ, ਕੰਜ ਵੀ ਕਹਿੰਦੇ ਨੇ, ਪੰਕਜ ਵੀ ਕਹਿੰਦੇ ਨੇ, ਸਾਰੰਗ ਵੀ ਕਹਿੰਦੇ ਨੇ, ਇੱਕ ਨਾਮ ਨਹੀਂ। ਭੱਟ ਕਹਿੰਦੇ ਨੇ ਬਾਰਜ ਕਰ ਦਾਹਣੇ। ਹੇ ਗੁਰੂ ਅਮਰਦਾਸ, ਤੁਹਾਡਾ ਜਿਹੜਾ ਦਹਿਣਾ ਹੱਥ ਹੈ ਇਹਦੇ ਚ ਬਾਰਜ ਹੈ, ਪਦਮ ਹੈ। ਇਤਿਹਾਸ ਕਹਿੰਦਾ ਚਰਨਾਂ ਦੇ ਸੀ, ਭੱਟ ਕਹਿੰਦੇ ਨੇ ਹੱਥਾਂ ਦਹਿਣੇ ਹੱਥ ਚ ਸੀ। ਇਤਿਹਾਸ ਕਹਿੰਦਾ ਹੈ ਦਹਿਣੇ ਚਰਨ ਦੇ ਸੀ। ਕਵੀ ਸੰਤੋਖ ਸਿੰਘ ਜੀ ਨੇ ਵੀ ਇਸ ਨਹੀਂ ਲਿਖਿਆ। ਪੱਟਾਂ ਦਾ ਸਵਈਆ ਬਾਰਜ ਕਰ ਦਾਹਣੇ, ਸਿੱਧ ਸਨਮੁਖ ਮੁਖ ਜੋ ਹੈ। ਜਿਤਨੀਆਂ ਸਿੱਧੀਆਂ ਨੇ ਮੁਖੜੇ ਨੂੰ ਤੱਕਦੀਆਂ ਪਈਆਂ, ਜ਼ਬਾਨ ਚੋਂ ਬੋਲ ਨਿਕਲੇ ਤੇ ਪੂਰਾ ਹੋਵੇ। ਸਿੱਧੀ ਹਰ ਤਰ੍ਹਾਂ ਦੀ ਸਿੱਧੀ, ਜੋ ਜ਼ਬਾਨ ਕਹਿ ਦੇਵੇ ਹੋਵੇਗਾ, ਜੋ ਮਨ ਚਾਹੁੰਦਾ ਹੈ ਹੋਵੇਗਾ। ਸਿੱਧ ਸਨਮੁਖ ਮੁਖ ਜੋ ਹੈ। ਰਿੱਧ ਬਸੇ ਭਾਵਾਂਗ, ਜੋ तीन ਲੋਕਾਂਤਰ ਮੋਹੇ। ਜਿਹੜੀਆਂ ਰਿੱਧੀਆਂ ਤਿੰਨ ਲੋਕਾਂ ਨੂੰ, ਦੇਵੇ ਦੇਵਤਿਆਂ ਨੂੰ, ਰਿਸ਼ੀ ਮੁਨੀਆਂ ਨੂੰ ਵੀ ਭਟਕਾ ਕੇ ਰੱਖ ਦਿੰਦੀਆਂ ਨੇ। ਹੇ ਗੁਰੂ ਅਮਰਦਾਸ ਜੀ, ਉਹ ਤੁਹਾਡੇ ਬਾएं ਹੱਥ ਦੇ ਚ ਨੇ। ਰਿੱਧ ਬਸੇ ਭਾਵਾਂਗ, ਬਾयां ਹੱਥ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਪਦਮ ਦਾ ਜ਼ਿਕਰ ਕਰ ਰਹੇ ਨੇ, ਉਸੇ ਪਦਮ ਦਾ ਜ਼ਿਕਰ ਇਹ ਭੱਟ ਕਰ ਰਹੇ ਨੇ। ਇਤਿਹਾਸਕ ਗ੍ਰੰਥ ਜਿਸ ਪਦਮ ਦਾ ਜ਼ਿਕਰ ਕਰਦੇ ਨੇ, ਇਹ ਉਸ ਪਦਮ ਦਾ ਜ਼ਿਕਰ ਹੈ ਜੋ ਭਿਰਗੂ ਕਰਦਾ ਹੈ, ਜੋ ਭਿਰਗੂ ਕਹਿੰਦਾ ਹੈ ਕਿ ਜਿਹਦੇ ਰੋਮ ਦੇ ਵਿੱਚ ਪ੍ਰਭੂ ਦਾ ਨਾਮ ਹੈ, ਤੇ ਜਿਸ ਨੂੰ ਪਰਮਾਤਮਾ ਕਿਸੇ ਖਾਸ ਕੰਮ ਵਾਸਤੇ ਚੁਣ ਲੈਂਦਾ ਹੈ, ਉਹਦੇ ਹੱਥ ਵਿੱਚ ਜਾਂ ਪੈਰਾਂ ਵਿੱਚ ਪਦਮ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਹੱਥ ਪਦਮ, ਮੇਰੇ ਹੱਥ ਦੇ ਵਿੱਚ ਪਦਮ ਬਣ ਗਏ। ਇਤਿਹਾਸ ਵਿੱਚ ਐਸਾ ਕੋਈ ਜ਼ਿਕਰ ਨਹੀਂ, ਪੜਨ ਵਿੱਚ ਮੇਰੇ ਤੇ ਆਇਆ ਨਹੀਂ। ਹੋ ਸਕਦਾ ਕਿਸੇ ਇਤਿਹਾਸਕਾਰ ਦੇ ਪੜਨ ਵਿੱਚ ਆਇਆ ਹੋਵੇ, ਲਿਖਣ ਕੋਈ ਲਿਖਿਆ ਗਿਆ ਹੋਵੇ, ਮੈਂ ਜਾਣਕਾਰੀ ਹਾਸਲ ਕਰਾਂਗਾ, ਪਰ ਮੇਰੇ ਪੜਨ ਵਿੱਚ ਨਹੀਂ ਆਇਆ। ਪਰ ਸਤਿਗੁਰ ਐਸਾ ਕਹਿੰਦੇ ਨੇ, ਮੇਰੇ ਹੱਥ ਦੇ ਵਿੱਚ ਪਦਮ ਹੈ। ਗੁਰਮਤ ਇਸ ਨੂੰ ਪਦਮ ਮੰਨਦੀ ਹੈ। ਕਿਸ ਨੂੰ? ਜਦ ਕੋਈ ਹਿਰਦੇ 'ਚ ਪ੍ਰਭੂ ਦੇ ਨਾਮ ਨੂੰ ਵਸਾ ਲੈਂਦਾ ਹੈ, ਕੰਠ ਦੇ 'ਚ ਪ੍ਰਭੂ ਵਸ ਜਾਂਦਾ ਹੈ, ਉਹਦੇ ਹੱਥ ਦੇ 'ਚ ਬਰਕਤਾਂ ਆ ਜਾਂਦੀਆਂ, ਉਹਦੇ ਕਦਮਾਂ ਦੇ 'ਚ ਕ੍ਰਾਂਤੀ ਆ ਜਾਂਦੀ ਹੈ, ਉਹਦੇ ਬੋਲਾਂ ਦੇ 'ਚ ਸਤਿਆ ਆ ਜਾਂਦਾ।